Okay, this is our second chapter, that is structure of atom. Structure of atom as the name indicate ਵੀ ਆਪਾਂ ਇਹਦੇ 'ਚ ਕੀ ਪੜ੍ਹਨਾ ਹੋਊਗਾ, ਆਪਾਂ ਇਹਦੇ 'ਚ ਪੜ੍ਹਾਂਗੇ ਅਬਾਊਟ ਦਾ ਸਟਰਕਚਰ ਆਫ ਐਟਮ। ਠੀਕ ਹੈ, ਐਟਮ ਦੀ ਸਟਰਕਚਰ ਬਾਰੇ ਪੜ੍ਹਾਂਗੇ ਕਿ ਇਹਦੇ ਵਿੱਚ ਆਪਣੇ ਕੋਲੇ ਕੀ ਕੀ ਚੀਜ਼ਾਂ ਹੈਗੀਆਂ। ਠੀਕ ਹੈ, ਜਿਵੇਂ ਹੁਣ ਆਪਣੇ ਕੋਲੇ ਕੀ ਹੈ ਕਿ ਜਿਵੇਂ ਆਪਾਂ ਫਸਟ ਚੈਪਟਰ ਦੇ ਵਿੱਚ ਪੜ੍ਹਿਆ ਸੀ ਡਾਲਟਨ ਥਿਊਰੀ। ਡਾਲਟਨ ਨੇ ਕੀ ਕਿਹਾ ਸੀ ਕਿ ਐਟਮ ਨੂੰ ਆਪਾਂ ਡਿਵਾਈਡ ਨਹੀਂ ਕਰ ਸਕਦੇ, ਪਰ ਉਹਦੀ ਇਸ ਚੀਜ਼ ਨੂੰ ਅੱਗੇ ਮੋਡੀਫਾਈ ਕਰਤਾ ਮਾਡਰਨ ਥਿਊਰੀ ਨੇ ਕਿ ਨਹੀਂ, ਆਪਾਂ ਐਟਮ ਨੂੰ ਫਰਦਰ ਡਿਵਾਈਡ ਕਰ ਸਕਦੇ ਹਾਂ, ਪਰ ਡਿਵਾਈਡ ਕਿਹਦੇ 'ਚ ਕਰ ਸਕਦੇ ਹਾਂ, ਸਬ ਅਟੋਮਿਕ ਪਾਰਟੀਕਲਸ ਦੇ ਵਿੱਚ। ਅਤੇ ਉਹ ਸਬ ਅਟੋਮਿਕ ਪਾਰਟੀਕਲਸ ਕੀ ਸੀਗੇ ਆਪਣੇ ਕੋਲੇ, ਇਲੈਕਟ੍ਰੋਨ, ਪ੍ਰੋਟੋਨ ਅਤੇ ਨਿਊਟਰੋਨ। ਮਤਲਬ ਐਟਮ ਦੇ ਵਿੱਚ ਆਹ ਚੀਜ਼ਾਂ ਪਈਆਂ ਉਹਨਾਂ ਨੇ ਦੱਸਤਾ ਸੀ, ਪਰ ਇਹਦੀ ਡਿਸਕਵਰੀ ਜਿਹੜੀ ਹੈਗੀ ਆ ਹੁਣ ਆਪਾਂ ਇਹਦੇ ਵਿੱਚ ਡਿਟੇਲ 'ਚ ਪੜ੍ਹਨੀ ਆ ਵਨ ਬਾਏ ਵਨ ਕਿ ਕਿਵੇਂ ਇਲੈਕਟ੍ਰੋਨ ਡਿਸਕਵਰ ਹੋਇਆ, ਕਿਵੇਂ ਪ੍ਰੋਟੋਨ ਡਿਸਕਵਰ ਹੋਇਆ, ਕਿਵੇਂ ਨਿਊਟਰੋਨ ਹੋਇਆ। ਅਤੇ ਇਹ ਸਾਰੇ ਚੈਪਟਰ 'ਚ ਆਪਾਂ ਉਹਨਾਂ ਦੀ ਪੋਜੀਸ਼ਨ ਦੇਖਣੀ ਹੈ ਕਿ ਇਲੈਕਟ੍ਰੋਨ ਕਿੱਥੇ ਪਏ ਆ, ਪ੍ਰੋਟੋਨ ਕਿੱਥੇ ਪਏ ਆ, ਨਿਊਟਰੋਨ ਕਿੱਥੇ ਪਏ ਆ। ਠੀਕ ਹੈ, ਇਹ ਸਾਰੀ ਚੀਜ਼ ਆਪਾਂ ਇਸ ਚੈਪਟਰ ਦੇ ਵਿੱਚ ਦੇਖਾਂਗੇ। ਤਾਂ ਲੈਟਸ ਸਟਾਰਟ ਵਿਦ ਦ ਡਿਸਕਵਰੀ ਆਫ ਇਲੈਕਟ੍ਰੋਨ। ਡਿਸਕਵਰੀ ਆਫ ਇਲੈਕਟ੍ਰੋਨ 'ਤੇ ਆਪਾਂ ਸਟਾਰਟ ਕਰਨਾ ਹੈਗਾ। ਇਹ ਕੀਤੀ ਹੈ ਜੇ ਥੋਮਸਨ ਨੇ। ਠੀਕ ਹੈ, ਡਿਸਕਵਰੀ ਆਫ ਇਲੈਕਟ੍ਰੋਨ ਇਜ਼ ਡਨ ਬਾਏ ਜੇ ਥੋਮਸਨ। ਜਦੋਂ ਇਲੈਕਟ੍ਰੋਨ ਅਤੇ ਪ੍ਰੋਟੋਨ ਦੋਨਾਂ ਦੀ ਡਿਸਕਵਰੀ ਹੋਈ ਸੀ, ਠੀਕ ਹੈ, ਤਾਂ ਉਦੋਂ ਜਿਹੜੇ ਐਕਸਪੈਰੀਮੈਂਟ ਸੀਗੇ ਵਿਚ ਵਰ ਫੇਮਸ ਐਟ ਦੈਟ ਟਾਈਮ ਵਰ ਡਿਸਚਾਰਜ ਟਿਊਬ ਐਕਸਪੈਰੀਮੈਂਟਸ। ਕਿਹੜੇ ਸੀਗੇ ਉਦੋਂ, ਡਿਸਚਾਰਜ ਟਿਊਬ ਦੇ ਐਕਸਪੈਰੀਮੈਂਟ ਜ਼ਿਆਦਾ ਫੇਮਸ ਸੀਗੇ। ਇਹਨਾਂ ਦੋਨਾਂ ਤੋਂ ਇਲੈਕਟ੍ਰੋਨ ਅਤੇ ਪ੍ਰੋਟੋਨ ਦੀ ਡਿਸਕਵਰੀ ਹੋਈ ਹੈ ਇਸ ਐਕਸਪੈਰੀਮੈਂਟ ਤੋਂ। ਇਸ ਐਕਸਪੈਰੀਮੈਂਟ ਦਾ ਸੈਟਅਪ ਕੀ ਹੈ ਆਪਣੇ ਕੋਲੇ ਕਿ ਇੱਕ ਡਿਸਚਾਰਜ ਟਿਊਬ ਲਈ ਹੋਈ ਹੈ, ਗਲਾਸ ਦੀ ਟਿਊਬ ਹੈ। ਠੀਕ ਹੈ, ਇਹ ਗਲਾਸ ਟਿਊਬ ਹੈ, ਇਹਦੇ ਵਿੱਚ ਦੋ ਮੈਟਲ ਇਲੈਕਟ੍ਰੋਡਸ ਲਈਆਂ ਹੋਈਆਂ ਨੇ। ਠੀਕ ਹੈ, ਇਹ ਕੈਥੋਡ ਹੈ, ਇਹ ਨੈਗੇਟਿਵਲੀ ਚਾਰਜਡ ਹੈ, ਇਹ ਐਨੋਡ ਹੈ ਇੱਧਰ, ਇਹ ਪੋਜ਼ੀਟਿਵ ਚਾਰਜ ਹੈ, ਇਹਨੂੰ ਵੋਲਟੇਜ ਦੇ ਨਾਲ ਜੋੜਿਆ ਹੋਇਆ। ਇੱਥੇ ਇਨਸਾਈਡ ਦਾ ਜਿਹੜੀ ਹੈਗੀ ਹੈ ਗੈਸ ਹੈ ਕੋਈ ਨਾ ਕੋਈ। ਠੀਕ ਹੈ, ਆ ਪੰਪ ਲਾਇਆ ਹੋਇਆ ਪ੍ਰੈਸ਼ਰ ਨੂੰ ਐਡਜਸਟ ਕਰਨ ਲਈ, ਗੈਸ ਦੇ ਪ੍ਰੈਸ਼ਰ ਨੂੰ ਐਡਜਸਟ ਕਰਨ ਦੇ ਲਈ। ਤਾਂ ਉਦੋਂ ਬਹੁਤ ਸਾਰੇ ਐਕਸਪੈਰੀਮੈਂਟ ਹੋ ਰਹੇ ਸੀਗੇ ਅਤੇ ਹਰੇਕ ਕਿਸੇ ਦੀ ਕੋਈ ਆਊਟਪੁੱਟ ਆ ਰਹੀ ਸੀ, ਕਿਸੇ ਦੀ ਨਹੀਂ ਆ ਰਹੀ ਸੀ। ਤਾਂ ਆਪਣੀਆਂ ਬੁੱਕਸ ਦੇ ਵਿੱਚ ਸਿਰਫ ਉਹ ਚੀਜ਼ਾਂ ਦਿੱਤੀਆਂ ਹੋਈਆਂ ਜਿਨ੍ਹਾਂ ਨੂੰ ਆਪਾਂ ਪੜ੍ਹਨਾ, ਜਿਨ੍ਹਾਂ ਦੀ ਆਪਣੇ ਕੋਲੇ ਕੋਈ ਨਾ ਕੋਈ ਆਊਟਪੁੱਟ ਆਈ ਹੋਈ ਹੈ। ਠੀਕ ਹੈ, ਤਾਂ ਆਊਟਪੁੱਟ ਦੇ ਵਿੱਚ ਆਪਣੇ ਕੋਲੇ ਦੋ ਤਿੰਨ ਚੀਜ਼ਾਂ ਜਿਹੜੀਆਂ ਐਕਸਪੈਰੀਮੈਂਟ ਕਰਕੇ ਦੇਖਿਆ ਗਿਆ। ਤਾਂ ਪਹਿਲਾਂ ਉਹਨਾਂ ਨੇ ਨੋਰਮਲ ਪ੍ਰੈਸ਼ਰ ਰੱਖਿਆ ਤਾਂ ਕੁਛ ਵੀ ਓਬਜ਼ਰਵ ਨਹੀਂ ਹੋਇਆ, ਗੈਸ ਦੇ ਵਿੱਚ ਐਕਸਪੈਰੀਮੈਂਟ ਵਿੱਚ ਕੋਈ ਚੇਂਜ ਨਹੀਂ ਹੋਇਆ। ਫਿਰ ਉਹਨਾਂ ਨੇ ਕੀ ਕੀਤਾ, ਪ੍ਰੈਸ਼ਰ ਨੂੰ ਡਿਕਰੀਜ਼ ਕਰਤਾ। ਠੀਕ ਹੈ, ਪ੍ਰੈਸ਼ਰ ਡਿਕਰੀਜ਼ ਕਰਤਾ ਅਤੇ ਵੋਲਟੇਜ ਹਾਈ ਰੱਖਤੀ। ਪ੍ਰੈਸ਼ਰ ਡਿਕਰੀਜ਼ ਦੇ ਨਾਲ ਗੈਸ ਦੀ ਅਮਾਊਂਟ ਹੈ ਜਿਹੜੀ ਉਹ ਘੱਟ ਗਈ, ਅਪਰੋਕਸੀਮੇਟਲੀ ਵੈਕਿਊਮ ਹੀ ਆ ਗਿਆ ਇੱਥੇ। ਠੀਕ ਹੈ, ਵੈਕਿਊਮ ਵਾਲੀ ਕੰਡੀਸ਼ਨ ਹੀ ਹੋ ਗਈ ਇਨਸਾਈਡ ਦਾ। ਵੋਲਟੇਜ ਹਾਈ ਇਸ ਲਈ ਰੱਖੀ ਕਿਉਂਕਿ ਮੈਟਲ ਦੇ ਵਿੱਚੋਂ ਇਲੈਕਟ੍ਰੋਡ ਕੱਢਣੇ ਈਜ਼ੀ ਨਹੀਂ ਹੈਗੇ। ਉਸ ਟਾਈਮ 'ਤੇ ਉਹਨਾਂ ਨੂੰ ਨਹੀਂ ਪਤਾ ਸੀ ਜਦੋਂ ਉਹਨਾਂ ਨੇ ਕੰਡੀਸ਼ਨਸ ਰੱਖੀਆਂ, ਇਹ ਚੀਜ਼ ਉਹਨਾਂ ਨੇ ਬਾਅਦ 'ਚ ਓਬਜ਼ਰਵ ਕੀਤੀ। ਠੀਕ ਹੈ, ਵੋਲਟੇਜ ਹਾਈ ਰੱਖੀ, ਪ੍ਰੈਸ਼ਰ ਡਿਕਰੀਜ਼ ਕਰਤਾ, ਤਾਂ ਉਹਨਾਂ ਨੂੰ ਕੁਛ ਨਾ ਕੁਛ ਓਬਜ਼ਰਵ ਹੋਇਆ। ਉਸ ਚੀਜ਼ ਨੂੰ ਓਬਜ਼ਰਵ ਕਰਨ ਦੇ ਲਈ ਕੀ ਕੀਤਾ ਉਹਨਾਂ ਨੇ, ਐਨੋਡ ਆ ਜਿਹੜੀ ਇਹਦੇ ਵਿੱਚ ਹੋਲ ਕਰਤੇ। ਜਦੋਂ ਐਨੋਡ ਦੇ ਵਿੱਚ ਆਪਾਂ ਹੋਲ ਕਰ ਦਿੰਦੇ ਹਾਂ ਤਾਂ ਇਹਨੂੰ ਆਪਾਂ ਕਹਿੰਦੇ ਹਾਂ ਪਰਫੋਰੇਟਡ ਐਨੋਡ। ਕੀ ਕਹਿੰਦੇ ਇਹਨੂੰ ਆਪਾਂ, ਪਰਫੋਰੇਟਡ ਐਨੋਡ, ਜਦੋਂ ਆਪਾਂ ਹੋਲ ਕਰ ਦਿੰਦੇ ਹਾਂ ਇਹਦੇ ਵਿੱਚ। ਕਲੀਅਰ। ਅਤੇ ਇਹਦੇ ਬੈਕ 'ਤੇ ਜਿਹੜੀ ਡਿਸਚਾਰਜ ਟਿਊਬ ਸੀ ਉਹਨੂੰ ਇਹਨਾਂ ਨੇ ਪੇਂਟ ਕਰਤਾ ਵਿਦ ਦ ਹੈਲਪ ਆਫ ਫਲੋਰੋਸੈਂਟ ਮਟੀਰੀਅਲ। Fluorescent materials are those materials which glow when the light is incident over them। ਜਦੋਂ ਹੀ ਉਹਨਾਂ 'ਤੇ ਲਾਈਟ ਪੈਂਦੀ ਆ ਉਦੋਂ ਹੀ ਉਹ ਗਲੋ ਕਰਦੇ ਆ, ਅਦਰਵਾਈਜ਼ ਉਹ ਨਹੀਂ ਕਰਦੇ। ਲਾਈਕ ਆਪਣੀਆਂ ਰੋਡਸ ਦੇ ਉੱਪਰ ਰੈੱਡ ਕਲਰ ਦੇ ਲੱਗੇ ਹੁੰਦੇ ਆ, ਜਦੋਂ ਉਹਨਾਂ 'ਤੇ ਵਹੀਕਲ ਦੀ ਕੋਈ ਲਾਈਟ ਪੈਂਦੀ ਆ ਤਾਂ ਉਹ ਗਲੋ ਕਰਦੇ ਆ, ਉਹ ਫਲੋਰੋਸੈਂਟ ਮਟੀਰੀਅਲਸ 'ਤੇ ਬਣੇ ਹੁੰਦੇ ਆ। ਠੀਕ ਹੈ, ਤਾਂ ਇੱਧਰੋਂ ਫਿਰ ਉਹਨਾਂ ਨੇ ਕੀ, ਆਹ ਦੋ ਕੰਡੀਸ਼ਨਸ ਜਦੋਂ ਹੋਈਆਂ, ਪ੍ਰੈਸ਼ਰ ਡਿਕਰੀਜ਼ ਅਤੇ ਵੋਲਟੇਜ ਹਾਈ, ਤਾਂ ਇੱਧਰੋਂ ਰੇਜ਼ ਆਈਆਂ। ਰੇਜ਼ ਵਿਜ਼ੀਬਲ ਨਹੀਂ ਸੀਗੀਆਂ ਤਾਂ ਉਹਨਾਂ ਨੂੰ ਕਿਵੇਂ ਦੇਖਿਆ ਗਿਆ ਕਿ ਇੱਧਰੋਂ ਕੋਈ ਨਾ ਕੋਈ ਚੀਜ਼ ਆ ਰਹੀ ਹੈ ਅਤੇ ਉਹ ਆਹ ਜਿਹੜੀ ਚੀਜ਼ ਜ਼ਿੰਕ ਸਲਫਾਈਡ ਦੀ ਕੋਟ ਕੀਤੀ ਸੀ ਇਹ ਗਲੋ ਕਰਨ ਲੱਗ ਗਿਆ, ਮਟੀਰੀਅਲ ਜਗਣ ਲੱਗ ਗਿਆ। ਠੀਕ ਹੈ, ਜਦੋਂ ਇਹ ਜਗ ਰਿਹਾ ਸੀ ਤਾਂ ਦੈਟ ਮੀਨਸ ਇੱਧਰੋਂ ਕੋਈ ਨਾ ਕੋਈ ਲਾਈਟ ਪੈ ਰਹੀ ਹੈ ਤਾਂ ਹੀ ਜਗਦਾ। ਠੀਕ ਹੈ, ਐਜ਼ ਆਈ ਟੋਲਡ ਯੂ ਕਿ ਜਦੋਂ ਵਹੀਕਲ ਦੀ ਕੋਈ ਲਾਈਟ ਪੈਂਦੀ ਹੈ ਤਾਂ ਉਹ ਮਟੀਰੀਅਲ ਉਦੋਂ ਹੀ ਜਗਦਾ। ਦੈਟ ਮੀਨਸ ਇਹਦੇ 'ਤੇ ਵੀ ਕੋਈ ਨਾ ਕੋਈ ਲਾਈਟ ਪੈ ਰਹੀ ਹੈ ਤਾਂ ਕਰਕੇ ਇਹ ਜਗ ਰਿਹਾ। ਠੀਕ ਹੈ, ਜਦੋਂ ਇਹ ਜਗ ਰਿਹਾ ਦੈਟ ਮੀਨਸ ਇਹ ਗਲੋ ਕਰ ਰਿਹਾ, ਤਾਂ ਉਹਨਾਂ ਨੂੰ ਪਤਾ ਲੱਗਿਆ ਕਿ ਲਾਈਟ ਇੱਧਰੋਂ ਆ ਰਹੀ ਹੈ ਤਾਂ ਹੀ ਇੱਧਰ ਗਲੋ ਹੋ ਰਿਹਾ, ਅਦਰਵਾਈਜ਼ ਇੱਧਰ ਗਲੋ ਨਹੀਂ ਹੋਊਗਾ। ਠੀਕ ਹੈ, ਤਾਂ ਰੇਜ਼ ਕਿੱਥੋਂ ਆ ਰਹੀਆਂ ਸੀ, ਕੈਥੋਡ ਤੋਂ, ਤਾਂ ਕਰਕੇ ਇਹਨਾਂ ਨੂੰ ਕਿਹੜੀਆਂ ਰੇਜ਼ ਕਿਹਾ ਗਿਆ, ਕੈਥੋਡ ਰੇਜ਼। ਕਲੀਅਰ। ਇਹ ਤਾਂ ਹੋ ਗਿਆ ਐਕਸਪੈਰੀਮੈਂਟ ਤੋਂ ਕੀ ਆਇਆ ਆਪਣੇ ਕੋਲੇ। ਉਸ ਤੋਂ ਬਾਅਦ ਉਹਨਾਂ ਨੇ ਪ੍ਰੋਪਰਟੀ ਸਟੱਡੀ ਕੀਤੀਆਂ
ਕੈਥੋਡ ਰੇਜ਼ ਦੀਆਂ, ਕਿ ਇਹ ਰੇਜ਼ ਆ ਜਿਹੜੀਆਂ ਸਟਰੇਟ ਪਾਥ ਦੇ ਵਿੱਚ ਮੂਵ ਕਰਦੀਆਂ, ਮਤਲਬ ਇਹ ਕੈਥੋਡ ਟੂ ਐਨੋਡ ਜਾਂਦੀਆਂ, ਸਟਰੇਟ ਜਾਂਦੀਆਂ, ਇੱਧਰ ਉੱਧਰ ਨਹੀਂ ਮੁੜਦੀਆਂ। ਇਸ ਚੀਜ਼ ਨੂੰ ਦੇਖਣ ਲਈ ਉਹਨਾਂ ਨੇ ਕੀ ਕੀਤਾ, ਇਹਨਾਂ ਦੇ ਰਸਤੇ 'ਚ ਕੋਈ ਚੀਜ਼ ਰੱਖਦੀ ਤਾਂ ਉਹਦੀ ਸ਼ੈਡੋ ਇੱਧਰ ਪੈ ਰਹੀ ਸੀ, ਉਹਦੀ ਸ਼ੈਡੋ ਇੱਧਰ ਪੈ ਰਹੀ ਹੈ, ਠੀਕ ਹੈ, ਤਾਂ ਹੀ ਇਹ ਸਟਰੇਟ ਜਾ ਰਹੀਆਂ। ਜਿਵੇਂ ਆਪਾਂ ਲਾਈਟ ਦੇ ਅੱਗੇ ਖੜੇ ਹੋ ਜਾਈਏ ਤਾਂ ਆਪਣੀ ਸ਼ੈਡੋ ਬੈਕ 'ਤੇ ਪੈਂਦੀ ਹੈ, ਤਾਂ ਸੇਮ ਕਿ ਇਹ ਆਬਜੈਕਟ ਦੀ ਬੈਕ 'ਤੇ ਸ਼ੈਡੋ ਆ ਰਹੀ ਸੀ, ਮੀਨਸ ਰੇਜ਼ ਇੱਧਰੋਂ ਹੀ ਆ ਰਹੀਆਂ, ਕੈਥੋਡ ਤੋਂ ਹੀ ਆ ਰਹੀਆਂ। ਸੈਕਿੰਡ ਕੀ ਹੈ, ਇਨਵਿਜ਼ੀਬਲ ਹੁੰਦੀਆਂ, ਇਹ ਦਿਖਦੀਆਂ ਨਹੀਂ ਆ, ਪਰ ਆਪਾਂ ਨੂੰ ਓਬਜ਼ਰਵ ਕਰਨਾ ਪੈਂਦਾ। ਕਿਵੇਂ ਓਬਜ਼ਰਵ ਕਰਦੇ ਹਾਂ ਆਪਾਂ, ਕਿ ਇਹਨਾਂ ਨੂੰ ਕਿਸੇ ਮਟੀਰੀਅਲ ਦੀ ਕੋਟ ਕਰਕੇ ਤਾਂ ਉਹਦੇ 'ਤੇ ਫੋਲ ਕਰਦੇ ਹਾਂ, ਜੇ ਉਹ ਗਲੋ ਕਰਦਾ ਮੀਨਸ ਇੱਧਰੋਂ ਕੋਈ ਨਾ ਕੋਈ ਲਾਈਟ ਰੇਜ਼ ਆ ਰਹੀਆਂ ਨੇ, ਠੀਕ ਹੈ। ਥਰਡ, ਦੇ ਆਰ ਹੈਵਿੰਗ ਕੈਨੇਟਿਕ ਐਨਰਜੀ, ਇਹਨਾਂ ਕੋਲ ਕੀ ਹੁੰਦੀ ਹੈ, ਕੈਨੇਟਿਕ ਐਨਰਜੀ ਹੁੰਦੀ ਹੈ, ਠੀਕ ਹੈ। ਤਾਂ ਕਰਕੇ ਕਿ ਜੇ ਇਹਨਾਂ ਦੇ ਰਸਤੇ ਵਿੱਚ ਕੋਈ ਘੁੰਮਣ ਵਾਲੀ ਚੀਜ਼ ਰੱਖ ਦਿੱਤੀ ਜਾਵੇ ਤਾਂ ਉਹਨੂੰ ਘੁਮਾ ਦਿੰਦੀਆਂ ਇਹ, ਠੀਕ ਹੈ, ਕੀ ਕਰ ਦਿੰਦੀਆਂ ਉਹਨੂੰ, ਇਹ ਘੁਮਾ ਦਿੰਦੀਆਂ ਨੇ, ਠੀਕ ਹੈ। ਤਾਂ ਹੁਣ ਇਹਨਾਂ ਕੋਲ ਕਿਹੜੀ ਐਨਰਜੀ ਹੈ, ਕੈਨੇਟਿਕ ਐਨਰਜੀ। ਅਤੇ ਕੈਨੇਟਿਕ ਐਨਰਜੀ ਕੀ ਹੁੰਦੀ ਹੈ ਆਪਣੇ ਕੋਲ, ਹਾਫ mv ਸਕੁਏਅਰ, ਹਾਫ mv ਸਕੁਏਅਰ ਮੀਨਸ ਵੈਲੋਸਿਟੀ ਹੈਗੀ ਆ, ਮਾਸ ਵੀ ਹੈਗਾ, ਮਾਸ ਹੈਗਾ ਮੀਨਸ ਇਹਨਾਂ 'ਚ ਕੋਈ ਨਾ ਕੋਈ ਪਾਰਟੀਕਲਸ ਹੋਣਗੇ। ਕਿਉਂਕਿ ਹੁਣ ਦੇਖੋ ਜਿਹੜੀਆਂ ਵਿੰਡ ਮਿਲਸ ਹੁੰਦੀਆਂ, ਵਿੰਡ ਮਿਲਸ ਨੂੰ ਤੁਸੀਂ ਇਕੱਲੇ ਵੈਕਿਊਮ 'ਚ ਰੱਖ ਦਿਓ ਤਾਂ ਵੈਕਿਊਮ ਦੇ ਵਿੱਚ ਰੋਟੇਟ ਨਹੀਂ ਕਰਦੀਆਂ ਹੈਗੀਆਂ, ਉਹ ਕਿਹਦੀ ਹੈਲਪ ਨਾਲ ਰੋਟੇਟ ਕਰਦੀਆਂ, ਜਿੱਥੇ ਬਹੁਤ ਹਵਾ ਚੱਲਦੀ ਹੋਵੇ, ਬਹੁਤ ਤੇਜ਼ ਹਵਾ ਹੋਵੇ, ਉਹ ਜਿਹੜੇ ਡਸਟ ਦੇ ਵਿੱਚ ਡਸਟ ਪਾਰਟੀਕਲਸ ਹੁੰਦੇ ਆ ਉਹ ਵਿੰਡ ਮਿਲਸ ਦੀਆਂ ਬਲੇਡਸ ਦੇ ਨਾਲ ਟਕਰਾਉਂਦੇ ਆ, ਕੋਲਿਜ਼ਨ ਕਰਦੇ ਆ, ਤਾਂ ਉਹ ਬਲੇਡਸ ਟਕਰਾਉਂਦੇ ਆ। ਤਾਂ ਮੀਨਸ ਜੇ ਤੁਸੀਂ ਇਕੱਲੀਆਂ ਰੇਜ਼ ਦੇ ਸਾਹਮਣੇ ਕੋਈ ਚੀਜ਼ ਰੱਖੋਗੇ ਤਾਂ ਰੋਟੇਟ ਨਹੀਂ ਕਰੂਗੀ, ਅੰਟਿਲ ਅਨਲੈਸ ਕਿ ਉਹਦੇ ਵਿੱਚ ਜਿਹੜੀ ਹੈਗੀ ਆਪਣੇ ਕੋਲੇ ਕੋਈ ਨਾ ਕੋਈ ਪਾਰਟੀਕਲ ਹੋਣਾ ਚਾਹੀਦਾ ਜਿਹੜਾ ਉਹਨੂੰ ਹਿੱਟ ਕਰੇ, ਠੀਕ ਹੈ। ਹੁਣ ਉਹ ਪਾਰਟੀਕਲ ਦੈਟ ਮੀਨਸ ਕੈਥੋਡ ਰੇਜ਼ ਦੇ ਸਾਹਮਣੇ ਅਗਰ ਕੋਈ ਚੀਜ਼ ਆਪਾਂ ਰੱਖੀਏ ਜਿਹੜੀ ਰੋਟੇਟ ਕਰ ਸਕਦੀ ਹੈ, ਤਾਂ ਉਹਨੂੰ ਰੋਟੇਟ ਕਰਨੀ ਹੈ, ਇਕੱਲੀਆਂ ਰੇਜ਼ ਤਾਂ ਕਰ ਨਹੀਂ ਸਕਦੀਆਂ, ਮੀਨਸ ਕੋਈ ਪਾਰਟੀਕਲ ਹੈ ਜਿਹੜੇ ਉਹਨਾਂ ਨੂੰ ਰੋਟੇਟ ਕਰਦੇ ਆ। ਅਤੇ ਕਿਉਂਕਿ ਆਪਣੇ ਕੋਲੇ ਮਾਸ ਵੀ ਹੈਗਾ, ਉਹਨਾਂ ਦਾ ਮਾਸ ਵੀ ਹੈਗਾ, ਠੀਕ ਹੈ, ਤਾਂ ਕਰਕੇ ਕੀ ਆ ਉਹ ਆਪਣੇ ਕੋਲੇ ਉਹਨੂੰ ਰੋਟੇਟ ਕਰਦੇ ਆ। ਜਦੋਂ ਉਹ ਰੋਟੇਟ ਕਰਦੇ ਆ ਦੈਟ ਮੀਨਸ ਕੈਥੋਡ ਰੇਜ਼ ਨਹੀਂ ਇਕੱਲੀਆਂ, ਇਹਨਾਂ ਵਿੱਚ ਪਾਰਟੀਕਲ ਵੀ ਹੈ, ਅਤੇ ਉਹ ਪਾਰਟੀਕਲਸ ਕਿਹੜੇ ਹੈਗੇ ਆ, ਨੈਗੇਟਿਵਲੀ ਚਾਰਜਡ ਆ, ਅਤੇ ਇਹਨਾਂ ਨੂੰ ਕੀ ਕਿਹਾ ਗਿਆ, ਇਲੈਕਟ੍ਰੋਨ ਕਿਹਾ ਗਿਆ। ਮੀਨਸ ਕੈਥੋਡ ਰੇਜ਼ ਕਿਤੋਂ ਬਣੀਆਂ ਹੋਈਆਂ ਨੇ, ਇਲੈਕਟ੍ਰੋਨਸ ਤੋਂ ਬਣੀਆਂ ਹੋਈਆਂ ਨੇ, ਠੀਕ ਹੈ। ਤਾਂ ਡਿਸਕਵਰੀ ਆਫ ਇਲੈਕਟ੍ਰੋਨ ਇਸ ਤਰ੍ਹਾਂ ਹੋਈ ਸੀ। ਉਸ ਤੋਂ ਬਾਅਦ ਕੀ ਹੈ ਕਿ ਜਿਹੜੀਆਂ ਇਫੈਕਟ ਆਫ ਇਲੈਕਟ੍ਰੀਕਲ ਅਤੇ ਮੈਗਨੈਟਿਕ ਫੀਲਡ, ਕਿ ਜਦੋਂ ਤੁਸੀਂ ਕੈਥੋਡ ਰੇਜ਼ ਹੈ, ਠੀਕ ਹੈ, ਮੰਨ ਲਓ ਆਹ ਕੈਥੋਡ ਹੈ, ਇੱਧਰੋਂ ਆਹ ਰੇਜ਼ ਜਾ ਰਹੀਆਂ ਨੇ, ਠੀਕ ਹੈ, ਅਤੇ ਆਪਾਂ ਬਾਹਰੋਂ ਇਲੈਕਟ੍ਰਿਕ ਫੀਲਡ ਅਪਲਾਈ ਕੀਤਾ ਹੋਇਆ, ਆਹ ਇਲੈਕਟ੍ਰਿਕ ਫੀਲਡ ਅਪਲਾਈ ਕੀਤਾ ਹੋਇਆ ਆਪਾਂ ਨੇ, ਠੀਕ ਹੈ, ਮਾਈਨਸ ਅਤੇ ਆਹ ਪਲੱਸ, ਠੀਕ ਹੈ। ਇਹ ਪਲੱਸ ਮਾਈਨਸ ਆਪਾਂ ਮੈਗਨੈਟਿਕ ਫੀਲਡ ਆ, ਤਾਂ ਕੈਥੋਡ ਰੇਜ਼ ਸਿੱਧੀਆਂ ਜਾ ਰਹੀਆਂ ਜਦੋਂ ਆਪਾਂ ਫੀਲਡ ਨਹੀਂ ਅਪਲਾਈ ਕਰਦੇ, ਹੈ ਨਾ, ਇਹ ਤੁਹਾਨੂੰ ਪਤਾ ਹੈ। ਅਤੇ ਜਦੋਂ ਆਪਾਂ ਫੀਲਡ ਅਪਲਾਈ ਕਰਤਾ ਤਾਂ ਇਹ ਰੇਜ਼ ਕਿੱਧਰ ਆ ਗਈਆਂ, ਇੱਧਰ, ਕਿਹਦੇ ਵੱਲ ਨੂੰ ਆ ਗਈਆਂ, ਪੋਜ਼ੀਟਿਵ ਵੱਲ ਨੂੰ। ਮੀਨਸ ਇਲੈਕਟ੍ਰਿਕ ਫੀਲਡ ਦਾ ਅਸਰ ਕੀ ਹੋਇਆ ਕਿ ਇਹ ਆਪਦੇ ਪਾਥ ਤੋਂ, ਸਟਰੇਟ ਪਾਥ ਤੋਂ ਡੇਵੀਏਟ ਕਰ ਗਈਆਂ, ਠੀਕ ਹੈ। ਜੇ ਤੁਸੀਂ ਮੈਗਨੈਟਿਕ ਫੀਲਡ ਅਪਲਾਈ ਕਰੋਗੇ, ਜਿਵੇਂ ਆਹ ਕੀਤਾ ਹੋਇਆ, ਇੱਥੇ ਸਾਊਥ ਪੋਲ ਲਾਇਆ ਹੋਇਆ, ਇੱਥੇ ਆਪਾਂ ਕੀ ਲਾਇਆ ਹੋਇਆ, ਨਾਰਥ ਪੋਲ ਲਾਇਆ ਹੋਇਆ, ਤਾਂ ਅਕੋਰਡਿੰਗ ਟੂ ਫੀਲਡ, ਅਕੋਰਡਿੰਗ ਟੂ ਲੈਫਟ ਹੈਂਡ ਥੰਬ ਰੂਲ ਹੈ ਜਿਹੜਾ ਤੁਸੀਂ 10th 'ਚ ਪੜ੍ਹਿਆ, ਤਾਂ ਉਹਦੇ ਵਿੱਚ